जे आप ऐसा च लैके चलीए तो न्यूटन लॉ ऑफ कूलिंग के अकॉर्डिंगली न्यूटन लॉ ऑफ कूलिंग के अकॉर्डिंगली अपने को ये कि भी जी अमाउंट ऑफ एनर्जी लॉस पर सैकेंड है ना वो डायरैक्टली प्रपोर्शनल हैगी आ कहना जी टैंपरेचर डिफरेंस दे ਜਿਹੜਾ ਕਿ ਸਿਸਟਮ ਦੇ ਸਰਾਊਂਡਿੰਗ ਦਾ ਵਾ ਪਰ ਉਹਦੀ ਕੰਡੀਸ਼ਨ ਇਹ ਸੀਗੀ ਕਿ ਵੀ ਇਹ ਉਹਦੇ ਨਾਲ ਲੀਨੀਅਰ ਪ੍ਰਪੋਰਸ਼ਨਲ ਆ ਹਨਾ ਯਾਨੀ ਰੇਟ ਆਫ ਲਾਸ ਆਫ ਹੀਟ એનર્ਜੀ ਟੈਂਪਰੇਚਰ ਡਿਫਰੈਂਸ ਦੀ ਲੀਨੀਅਰ ਪਾਵਰ ਦੇ ਨਾਲ ਪ੍ਰਪੋਰਸ਼ਨਲ ਆ provided temperature difference between system and surrounding is not to be more than the कहना जी 40 डिग्री सेल्सियस पर जे मेरी बॉडी ਦਾ है ना तो सराउंडिंग ਦੇ ਟੈਂਪਰੇਚਰ ਦਾ ਡਿਫਰੈਂਸ ਮੋਰ ਦੈਨ 40 डिग्री है फिर की करिए कहना जी फिर उस मोमेंट पे जाके वी हैव टू यूज द कहना स्टीफन वोल्ट्जमैन लॉ फिर ਅਸੀਂ स्टीफन लॉ या स्टीफन ਦਾ ਮੋਡੀਫਾਈਡ ਫਾਰਮ ਜਿਹੜੀ ਆ ਉਹਨੂੰ ਅਸੀਂ ਕਹਿੰਦੇ स्टीफन वोल्ट्जमैन लॉ ਜਿਹੜਾ ਫਿਰ ਅਸੀਂ ਉਹ ਯੂਜ਼ ਕਰਦੇ ਆ ਰੇਟ ਆਫ ਲਾਸ ਆਫ ਹੀਟ એનર્ਜੀ ਨੂੰ ਕੈਲਕੂਲੇਟ ਕਰਨ ਲਈ ਕੀ ਇੰਨੀ ਗੱਲ ਸਮਝ ਲੱਗੀ बेटे इतनी गल समझ आई जो बोली मैं यस सर। कि न्यूटन लॉ ऑफ कूलिंग एप्लीकेबल है सिर्फ उस मोमेंट तक जे टेंपरेचर का डिफरेंस 40 तक आ पर जरूरी नहीं किसी बॉडी ਨੂੰ ਹੀਟ ਅਪ ਕਰੀਏ ਤੇ ਉਹਦਾ ਸਰਾਊਂਡਿੰਗ ਦਾ ਡਿਫਰੈਂਸ ਜਿਹੜਾ ਵਾ ਉਹ 40 ਤੱਕ ਹੀ ਹੋਏਗਾ ਕਹਿੰਦਾ ਜੀ ਉਹਦਾ ਸਰਾਊਂਡਿੰਗ ਨਾਲੋਂ ਡਿਫਰੈਂਸ ਜੇ 40 ਤੋਂ ਮੋਰ ਦੈਨ ਹੈਗਾ ਵਾ ਹੁਣ ਕੱਪ ਆਫ ਟੀ ਦਾ ਟੈਂਪਰੇਚਰ 70 ਡਿਗਰੀ 80 ਡਿਗਰੀ ਹੈਗਾ ਤੇ ਰੂਮ ਟੈਂਪਰੇਚਰ ਸਾਡਾ ਵਿੰਟਰ ਚ ਆ ਕੇ ਮੰਨ ਲਓ 5 ਡਿਗਰੀ ਰਹਿ ਗਿਆ ਤੇ ਡਿਫਰੈਂਸ ਬਿਟਵੀਨ ਦਾ ਸਿਸਟਮ ਐਂਡ ਸਰਾਊਂਡਿੰਗ ਮੋਰ ਦੈਨ 40 ਹੋ ਗਿਆ ਤੇ ਉਸ ਇਨਸਟੈਂਟ ਤੇ ਫਿਰ ਜਿਹੜਾ ਲਾਅ ਅਸੀਂ ਯੂਜ਼ ਕਰਦੇ ਹਾਂ ਠੀਕ ਹੈ ਅਮਾਉਂਟ ਆਫ ਹੀਟ એનર્ਜੀ ਨੂੰ ਕੈਲਕੂਲੇਟ ਕਰਨ ਲਈ ਹੁਣ ਅਸੀਂ ਨਾਮ ਦਿੰਦੇ ਕਹਿੰਦਾ ਜੀ ਮੇਰੇ ਕੋਲ ਐਸਐਚ ਸਟੀਫਨਸ ਲਾਅ ਆ ਜਾਏਗਾ ठीक है या इन्हें सीधे डिफाइन कर देंगे कहता जी इट्स कॉल्ड एज द स्टीफन वोल्ट्जमैन लॉ और इस लॉ के अकॉर्डिंगली इन्हें टर्म की डिफाइन की है द अमाउंट ऑफ हीट एनर्जी रेडिएटेड पर सेकंड पर यूनिट एरिया मतलब जेडे वर्ड मैं पूरे बोलांगा इन्हें जो सिंपल एक वर्ड ना कहना होवे तो ਅਸੀਂ ਇਹਨੂੰ ਇੰਟੈਂਸਿਟੀ ਆਫ ਹੀਟ ਰੇਡੀਏਸ਼ਨ ਕਹਾਂਗੇ ਬੇਟਾ ਇੰਟੈਂਸਿਟੀ ਆਫ ਹੀਟ ਰੇਡੀਏਸ਼ਨ ਜਿਹੜੀਆਂ ਕਿਸੇ ਬਾਡੀ ਚੋਂ ਨਿਕਲਦੀਆਂ ਪਈਆਂ ਮੇਰੇ ਕੋਲ ਕੋਈ ਇੱਕ ਗਿਵਨ ਬਾਡੀ ਆ ਬਾਡੀ ਨੂੰ ਮੈਂ ਹੀਟ ਅਪ ਕੀਤਾ ਹੋਇਆ ਇਹਦੇ ਵਿੱਚੋਂ ਹੀਟ ਰੇਡੀਏਸ਼ਨਸ ਨਿਕਲ ਰਹੀਆਂ ਉਹ ਕਹਿੰਦਾ ਅਮਾਉਂਟ ਆਫ ਹੀਟ ਰੇਡੀਏਸ਼ਨ ਐਮਿਟਡ ਪਰ ਸੈਕਿੰਡ ਪਰ ਯੂਨਿਟ ਏਰੀਆ ਅੱਗੇ ਜਿਹੜੀ ਟਰਮ ਸੀਗੀ ਉਹ ਅਮਾਉਂਟ ਆਫ એનર્ਜੀ ਪਰ ਸੈਕਿੰਡ ਸੀਗੀ ਏਰੀਆ ਇਨਵੋਲਵਡ ਨਹੀਂ ਉਹਨੇ ਕੀਤਾ ਹੋਇਆ ਸੀ ਹੁਣ ਅਸੀਂ ਔਰ ਉਹਦੇ ਚ ਏਰੀਆ ਇਨਵੋਲਵਡ ਹੋ ਸਕਦਾ ਦੋਨੋਂ ਚੀਜ਼ਾਂ ਇੱਕੋ ਬਣ ਜਾਂਦੀਆਂ ਬੇਟਾ ਜੇ ਮੈਂ ਪਿਛਲੇ ਵਾਲੀ ਟਰਮ ਨੂੰ ਲਿਖਾਂ ਆਪਾਂ ਲਿਖਦੇ ਸੀ ਪੁੱਤ ਡੈਲਟਾ Q ਬਾਈ ਡੈਲਟਾ T is equal to A into delta T by delta X ਤੇ ਜੇ ਮੈਂ ਆ ਏਰੀਆ ਨੂੰ ਇਧਰ ਲੈ ਕੇ ਡਿਵਾਈਡ ਕਰ ਲਵਾਂ ਟਰਮ ਇੱਕੋ ਹੀ ਬਣਨੀ ਹੈ ਕਿ ਵੀ ਮੇਰੇ ਕੋਲ ਅਮਾਉਂਟ ਆਫ એનર્ਜੀ ਪਰ ਯੂਨਿਟ ਏਰੀਆ ਪਰ ਯੂਨਿਟ ਟਾਈਮ ਠੀਕ ਹੈ ਇਸ ਸਾਰੀ ਟਰਮ ਨੂੰ ਉਹਨੇ ਐਸ ਸੱਚ ਜਿਹੜਾ ਵਾ ਸਟੀਫਨ ਲਾਅ ਦੇ ਅੰਦਰ ਇਹਨੂੰ ਸਿੰਬਲ E ਦਿੱਤਾ ਵਾ वेरिएबल E ना डिफाइन करता पाया पर E कली एनर्जी नहीं हैगी E मेरे को ਜਿਹੜੀ टर्म स्टैंड करेगी अमाउंट ऑफ एनर्जी रेडिएटेड ठीक है जी पर सेकंड पर यूनिट एरिया ठीक है मतलब जेडी अमाउंट ऑफ एनर्जी बॉडी ने पर सेकंड अमिट करनी है पर यूनिट एरिया ਦੇ ਵਿੱਚ ਅਮਿਟ ਕਰਨੀ ਆ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗੀ ਠੀਕ ਹੈ ਜੀ ਟੈਂਪਰੇਚਰ ਆਫ ਦਾ ਗਿਵਨ ਸਿਸਟਮ ਤੁਹਾਡੇ ਗਿਵਨ ਸਿਸਟਮ ਦੇ ਕਹਿੰਦਾ ਜੀ 4th ਪਾਵਰ ਤੇ ਇਹਨੂੰ ਸਟੀਫਨ 4th ਪਾਵਰ ਲਾਅ ਵੀ ਕਹਿੰਦੇ ਆ ਇਹਦੇ ਅਕੋਰਡਿੰਗ ਉਹਨੇ ਡਿਫਾਈਨ ਕੀਤਾ ਅਮਾਉਂਟ ਆਫ એનર્ਜੀ ਰੇਡੀਏਟਡ ਜਾਂ ਅਮਿਟਡ ਪਰ ਸੈਕਿੰਡ ਪਰ ਯੂਨਿਟ ਏਰੀਆ always directly proportional to 4th power of the temperature of the given body मतलब ਇਹ ਹੋਇਆ ਜੇ ਮੇਰੀ ਬਾਡੀ ਦਾ ਟੈਂਪਰੇਚਰ ਜਿੰਨਾ ਹੈਗਾ ਵਾ ਜੇ ਮੈਂ ਉਸ ਤੋਂ ਡਬਲ ਕਰਾਂ ਤੇ ਕਹਿੰਦਾ ਪੁੱਤ ਉਸ ਮੂਮੈਂਟ ਤੇ ਜਿਹੜੀ ਅਮਾਉਂਟ ਆਫ ਹੀਟ એનર્ਜੀ ਅਮਿਟ ਕਰਨੀ ਨਾ ਬਾਡੀ ਨੇ ਉਹ ਐਸਐਚ ਉਸ ਟੈਂਪਰੇਚਰ ਦੀ 4th ਪਾਵਰ ਤੇ ਡਿਪੈਂਡੈਂਟ ਆ ਮਤਲਬ ਜੇ ਮੈਂ ਟੈਂਪਰੇਚਰ ਡਬਲ ਕਰਾਂ ਸਿਰਫ ਪਹਿਲਾਂ T ਡਿਗਰੀ ਆ ਮੁੜ ਕੇ ਦੂਜੀ ਵਾਰੀ ਮੈਂ 2T ਡਿਗਰੀ ਕਰ ਦਵਾਂ ਤੇ ਟੈਂਪਰੇਚਰ ਦੇ ਡਬਲ ਹੋਣ ਦੇ ਨਾਲ ਉਸ ਬਾਡੀ ਚੋਂ ਨਿਕਲਣ ਵਾਲੀਆਂ ਰੇਡੀਏਸ਼ਨ ਜਿਹੜੀਆਂ ਨੇ ਉਹਦੀ ਅਮਾਉਂਟ ਜਿਹੜੀ 16 ਗੁਣਾ 16 ਟਾਈਮ ਜਿਹੜੀ ਆ ਉਹ ਅੱਗੇ ਨਾਲੋਂ ਵੱਧ ਜਾਣੀ ਇਹਦਾ ਮਤਲਬ ਇਸ ਬਾਡੀ ਨੇ ਕਿੰਨੀ ਅਮਾਉਂਟ ਆਫ એનર્ਜੀ ਰੇਡੀਏਟ ਕਰਨੀ ਆ ਉਹ ਕਹਿੰਦਾ ਡਿਪੈਂਡ ਕਰੇਗਾ ਇਹਦੇ ਟੈਂਪਰੇਚਰ ਦੀ ਵੈਲਿਊ ਕਿੰਨੀ ਹੈ
जे मेरे को गिवन बॉडी का टेंपरेचर, जे मेरे को गिवन बॉडी का टेंपरेचर, ठीक है जी, एज सच सिस्टम सराउंडिंग दे अंदर मोर देन 40 डिग्री की कंडीशन बनाता पाया, तो फिर असं कहने कि उस गिवन बॉडी का जिन्ना टेंपरेचर होएगा ਉਹਦੇ ਅਕੋਰਡਿੰਗਲੀ ਤੁਹਾਡੀ ਗਿਵਨ ਬॉडी ਜਿਹੜੀ ਆ ਉਹ ਰੇਡੀਏਸ਼ਨ ਅਮਿਟ ਕਰਦੀ ਆ। ਹੁਣ ਇਹਦੇ ਵਿੱਚ ਜਿਹੜੀ ਉਹਨੇ ਬॉडी ਕੰਸੀਡਰ ਕਰਨੀ ਹੈ ਨਾ, ਉਹ ਵੀ ਇੱਕ ਵਰਡ ਲੈ ਲਓ ਬੇਟਾ, ਇਹਨੂੰ ਅਸੀਂ ਨਾਮ ਦਿੰਦੇ ਕੈਮਿਸਟਰੀ ਵੈਸੇ ਪੜਿਆ ਤੁਸੀਂ ਬਲੈਕ ਬॉडी। ਬਲੈਕ ਬॉडी ਵਾਲਾ ਟੌਪਿਕ ਉਦਾਂ ਆਪਣੇ ਸਿਲੇਬਸ 'ਚ ਨਹੀਂ ਰਿਹਾ, ਬਟ ਇਹਦੇ ਨਾਲ ਇੱਕ ਵਾਰੀ ਮੈਂ ਉਹਦੀ ਡਿਸਕਸ਼ਨ ਕਰਨ ਲੱਗਿਆ। ਆਪਣੇ ਕੋਲ ਬਲੈਕ ਬॉडी ਅਸੀਂ ਡਿਫਾਈਨ ਕਰੇ ਤਾਂ ਕਿਹਨੂੰ ਕਹਿੰਦੇ, ਕਹਿੰਦਾ ਜੀ ਅ ਬॉडी ਵਿਚ ਇਜ਼ 100% ਐਬਜ਼ੌਰਬਰ, मतलब whenever the radiations are to be incident on the energy perfectly black body, the body will have the tendency to absorb 100% radiation. It means no radiation will be reflected back by the body. ਕਿਸੇ ਵੀ ਸਰਫੇਸ ਦੇ ਉੱਤੇ ਮੈਂ ਇਹਦੇ ਨਾਲ ਪਿਛਲੀਆਂ ਕੁਝ ਇੱਕ ਟਰਮ ਸਾਰੀਆਂ ਲਿੰਕ ਕਰਨ ਲੱਗਿਆ ਬੇਟਾ। ਜਿੱਦਾਂ ਅਸੀਂ ਲਾਈਟ ਦਾ ਫਿਨੋਮੀਨਾ ਪੜ੍ਹਦੇ ਹਾਂ ਕਿ ਜਦੋਂ ਕਿਸੇ ਸਰਫੇਸ ਤੇ ਲਾਈਟ ਰੇਡੀਏਸ਼ਨ ਇਨਸੀਡੈਂਟ ਕਰਦੀਆਂ ਤੇ ਅਸੀਂ ਕਹਿੰਦੇ ਜੀ ਉਸ ਮੂਮੈਂਟ ਤੇ ਉਹ ਲਾਈਟ ਰੇਡੀਏਸ਼ਨ ਨੂੰ ਬੋਡੀ ਤਿੰਨ ਵੇ ਨਾਲ ਯੂਟਿਲਾਈਜ਼ ਕਰ ਸਕਦੀ ਹੈ। ਪਾਰਟ ਆਫ ਦਾ ਰੇਡੀਏਸ਼ਨ ਰਿਫਲੈਕਟਡ ਬਾਈ ਦਾ ਬੋਡੀ, ਪਾਰਟ ਆਫ ਦਾ ਰੇਡੀਏਸ਼ਨ ਆਰ ਟੂ ਬੀ ਐਬਜ਼ੌਰਬਡ ਬਾਈ ਦਾ ਬੋਡੀ, ਪਾਰਟ ਆਫ ਦਾ ਰੇਡੀਏਸ਼ਨ ਆਰ ਟੂ ਬੀ ਕਹਿੰਦਾ ਜੀ ਟ੍ਰਾਂਸਮਿਟਡ ਬਾਈ ਦਾ ਬੋਡੀ। ਬੋਡੀ ਨੇ ਜਦੋਂ ਰੇਡੀਏਸ਼ਨ ਐਬਜ਼ੌਰਬ ਕੀਤੀਆਂ, ਬੋਡੀ ਤੇ ਜਦੋਂ ਰੇਡੀਏਸ਼ਨ ਇਨਸੀਡੈਂਟ ਕੀਤੀਆਂ, ਇਹਨੇ ਉਹਨਾਂ ਰੇਡੀਏਸ਼ਨ ਨੂੰ ਤਿੰਨ ਵੇ ਨਾਲ ਯੂਟਿਲਾਈਜ਼ ਕਰਨਾ। ठीक है जी, एक इस बॉडी दी ਇਹਦੇ ਹੀਟ ਜੋ ਲਾਈਟਲੀ ਬੋਲਾਂਗਾ ਸੇਮ ਹੀਟ ਰੇਡੀਏਸ਼ਨ ਲਈ ਵੀ ਜਦੋਂ ਕਿਸੇ ਬॉडी ਦੇ ਉੱਤੇ ਥਰਮਲ ਰੇਡੀਏਸ਼ਨ ਇਨਸੀਡੈਂਟ ਕਰਦੀਆਂ, ਠੀਕ ਹੈ ਜੀ, ਬॉडी ਉਹਨਾਂ ਰੇਡੀਏਸ਼ਨ ਨੂੰ ਤਿੰਨ ਵੇ ਨਾਲ ਯੂਜ਼ ਕਰ ਸਕਦੀ ਹੈ। ਪਾਰਟ ਆਫ ਦਾ ਰੇਡੀਏਸ਼ਨ ਆਰ ਟੂ ਬੀ ਰਿਫਲੈਕਟਡ ਬਾਈ ਦਾ ਬॉडी, ਪਾਰਟ ਆਫ ਦਾ ਰੇਡੀਏਸ਼ਨ ਆਰ ਟੂ ਬੀ ਐਬਜ਼ੌਰਬਡ ਬਾਈ ਦਾ ਬॉडी ਐਂਡ ਪਾਰਟ ਆਫ ਦਾ ਰੇਡੀਏਸ਼ਨ ਆਰ ਟੂ ਬੀ ਪਾਸ ਔਨ ਬਾਈ ਦਾ ਬॉडी। ਇਹਦਾ ਮਤਲਬ ਇਸ ਬॉडी ਦੀ ਰਿਫਲੈਕਟੈਂਸ ਕਿੰਨੀ, ਇਸ ਬॉडी ਦੀ ਐਬਜ਼ੌਰਬਟੈਂਸ ਕਿੰਨੀ ਤੇ ਇਸ ਬॉडी ਦੀ ਟ੍ਰਾਂਸਮਿਟੈਂਸ ਕਿੰਨੀ, ਠੀਕ ਹੈ। ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਐਸ ਸੱਚ ਡਿਸਾਈਡ ਕਰਦੀਆਂ ਬॉडी ਦੇ ਅੰਦਰੋਂ ਰੇਡੀਏਸ਼ਨ ਦੀ ਅਮਾਉਂਟ ਆਫ એનર્ਜੀ ਕਿੰਨੀ ਆ ਰਹੀ ਆ। ਕੀ ਇਹਨੀ ਗੱਲ ਸਮਝ ਲੱਗੀ? यस सर। यस सर। ਜੇ ਮੈਂ ਇਸ ਬॉडी ਤੇ 100 ਜਾਊਲ એનર્ਜੀ ਜਿਹੜੀ ਆ ਉਹ ਹੀਟ ਦੀ ਫਾਰਮ ਚ ਇਨਸੀਡੈਂਟ ਕਰਾਈ, ਇਹਨੇ ਉਹਦੇ ਚੋਂ 70% ਜਿਹੜੀ ਹੈ 70 ਜਾਊਲ એનર્ਜੀ ਰਿਫਲੈਕਟ ਬੈਕ ਕਰ ਦਿੱਤੀ, ਠੀਕ ਹੈ ਜੀ। 10% ਇਹਨੇ ਐਬਜ਼ੌਰਬ ਕਰ ਲਈ ਤੇ 20% ਰੇਡੀਏਸ਼ਨ ਇਹਦੇ ਚੋਂ ਟ੍ਰਾਂਸਮਿਟ ਹੋ ਗਈ। ਇਹਦਾ ਮਤਲਬ ਇਹਦੀ ਰਿਫਲੈਕਟੈਂਸ ਐਬਿਲਿਟੀ, ਇਹਦੀ ਟ੍ਰਾਂਸਮਿਟੈਂਸ ਐਬਿਲਿਟੀ ਤੇ ਇਹਦੀ ਐਬਜ਼ੌਰਬਟੈਂਸ ਐਬਿਲਿਟੀ ਜਿਹੜੀ ਆ ਉਹ ਕਿੰਨੀ ਕਿੰਨੀ ਆ, ਠੀਕ ਹੈ ਜੀ। ਉਹਦੇ ਅਕੋਰਡਿੰਗਲੀ ਬॉडी ਉਹਨਾਂ ਹੀਟ ਰੇਡੀਏਸ਼ਨ ਨੂੰ ਯੂਟਿਲਾਈਜ਼ ਕਰਦੀ ਹੈ। ਹੁਣ ਜੇ ਇਹ ਮੇਰੀ ਬॉडी ਪਰਫੈਕਟ ਬਲੈਕ ਬॉडी ਹੋਏਗੀ ਤੇ ਇਹਦੀ ਐਸ ਸੱਚ ਐਬਜ਼ੌਰਬਟੈਂਸ ਐਬਿਲਿਟੀ ਜਿਹੜੀ ਉਹ 100% ਆ। ਇਹਦਾ ਮਤਲਬ ਇਹਨੇ ਕੋਈ ਰਿਫਲੈਕਟ ਨਹੀਂ ਕਰਨਾ, ਕੋਈ ਇਹਨੇ ਆਪਣੇ ਚੋਂ ਟ੍ਰਾਂਸਮਿਟ ਨਹੀਂ ਕਰਨਾ, ट्रांसमिशन भी जीरो, रिफ्लेक्टेंस भी जीरो, एब्जॉर्बटेंस 100% आ। इन्नी गल समझ लगी? यस सर। यस सर। जो मैं हुन इस बॉडी नु हीट करांगा, ठीक है, जो मैं इस बॉडी नु हीट करांगा ते जेडी मेरे कोल कोई परफेक्ट ब्लैक बॉडी होएगी ओदी एबिलिटी आ, ओदे एक स्टेटमेंट ਅਸੀਂ ਲਗਾਉਂਦੇ ਜਿਹਨੂੰ ਨਾਮ ਦਿੰਦੇ ਕਿਰਚਫ ਲਾਅ। ਕਿਰਚਫ ਲਾਅ ਆਫ ਹੀਟ ਰੇਡੀਏਸ਼ਨ ਇਹ ਕਹਿੰਦਾ गुड एब्जॉर्बर आर द गुड रेडिएटर, कि जिन्हें अपने आप दे अंदर मैक्सिमम रेडिएशन एब्जॉर्ब कीतियां किसी टाइम दे अंदर, मुड़ के दूजे मूवमेंट ते जदों इनू गर्म करांगा ते ये रेडिएशन अमिट भी मैक्सिमम करेगा, ठीक है। एक रिफ्लैक्टर वा एक रेडिएटर आ। रिफ्लैक्टर दा मतलब है इंसीडेंट रेडिएशन दे विचों वापस किन्नियां मोड़ियां, ਤੇ ਜਿਹੜਾ ਰੇਡੀਏਟਰ ਆ ਉਹਦਾ ਮਤਲਬ ਇਹ ਆ ਕਿ ਇਹਨੇ ਜਦੋਂ ਸਾਰੀਆਂ ਰੇਡੀਏਸ਼ਨ ਐਬਜ਼ੌਰਬ ਕੀਤੀਆਂ ਤੇ ਉਹ ਐਬਜ਼ੌਰਬ ਕਰਨ ਤੋਂ ਬਾਅਦ ਇਹਨੇ ਅਮਿਟ ਕਿੰਨੀਆਂ ਕੀਤੀਆਂ, ਰਿਫਲੈਕਟ ਨਹੀਂ, ਅਮਿਟ ਕਿੰਨੀਆਂ ਕੀਤੀਆਂ, ਉਹ ਮੇਰਾ ਗੁੱਡ ਰੇਡੀਏਟਰ ਆ। ਤੇ ਅਸੀਂ ਕਹਿੰਦੇ ਕਿ ਜਿਹੜਾ ਗੁੱਡ ਐਬਜ਼ੌਰਬਰ ਹੋਏਗਾ ਉਹ ਗੁੱਡ ਰੇਡੀਏਟਰ ਵੀ ਹੁੰਦਾ। ਜਦੋਂ ਇੱਕ ਮੂਮੈਂਟ ਤੇ ਉਹਨੇ ਆਪਣੀਆਂ ਰੇਡੀਏਸ਼ਨ ਮੈਕਸਿਮਮ ਐਬਜ਼ੌਰਬ ਕੀਤੀਆਂ ਤੇ ਉਹ ਰੇਡੀਏਸ਼ਨ ਮੈਕਸਿਮਮ ਫਿਰ ਅਮਿਟ ਵੀ ਕਰਦਾ। ਕੀ ਇੰਨੀ ਗੱਲ ਸਮਝ ਲੱਗੀ? यस सर। यस सर। यस सर। यही लाइन लेके वापस आ रहे हैं फिर दोबारा। स्टीफन बोल्ट्जमैन लॉ या स्टीफन फोर्थ पावर लॉ कहता अमाउंट ऑफ एनर्जी रेडिएटेड पर सेकंड पर यूनिट एरिया बाय अ कहता जी परफेक्टली ब्लैक बॉडी is always directly proportional to fourth power of the कहता जी temperature of the given body। बॉडी दा given body इस वेले किहड़ी ले ली, ब्लैक बॉडी, ठीक है जी। ब्लैक बॉडी दी मेरे को इस वेले टेंपरेचर दी वैल्यू कितनी है,
ਉਹਦੇ ਅਕੋਰਡਿੰਗਲੀ ਉਸ ਬਾਡੀ ਦੇ ਵਿੱਚੋਂ ਹੀਟ ਰੇਡੀਏਸ਼ਨ ਉਹਨੇ ਅਮਿਟ ਕਰਨੀ ਆ। ਹੁਣ ਜਿਹੜੀਆਂ ਰੇਡੀਏਸ਼ਨ ਇਹਨੇ ਅਮਿਟ ਕੀਤੀਆਂ ਇਹਦੇ ਲਈ ਲਿਖ ਰਹੇ ਹਾਂ ਅੱਗੇ ਆਹੀ ਚੀਜ਼ ਨੂੰ ਜੇ ਆਪਾਂ ਲਿਖਣਾ ਹੋਵੇ ਤੇ ਆਪਣੇ ਕੋਲ ਆ ਗਿਆ ਅਮਾਉਂਟ ਆਫ એનર્ਜੀ ਰੇਡੀਏਟਡ ਪਰ ਸੈਕਿੰਡ ਪਰ ਯੂਨਿਟ ਏਰੀਆ। ਠੀਕ ਹੈ, ਹੁਣ ਇਹਦੀ ਜਗ੍ਹਾ ਤੇ ਜੇ ਆਪਾਂ ਇੱਥੇ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ ਇਕੁਐਲਿਟੀ ਲਾਣਾ ਤੇ ਕਾਂਸਟੈਂਟ ਸਿਗਮਾ ਲੱਗਦਾ। ਠੀਕ ਹੈ, ਕਾਂਸਟੈਂਟ ਤੇ ਸਿਗਮਾ ਆਏਗਾ ਵੇਅਰ ਸਿਗਮਾ ਅਸੀਂ ਕਹਿੰਦੇ ਜੀ ਮੇਰੇ ਕੋਲ ਸਟੀਫਨ ਕਾਂਸਟੈਂਟ ਆ। सिग्मा मेरे को स्टीफन कांस्टेंट है और सिग्मा दी वैल्यू होंदी है 5.67 into 10 raised to power -8 यूनिट ओदा बनाना इथों बना लो आटम एनर्जी पर यूनिट टाइम पर यूनिट एरिया वा ते जे इथों सिग्मा दा यूनिट कढूंगा ते टी ने भी इधर आके डिवाइड हो जाना। इहदे वाल इहदा यूनिट लिखा ते एनर्जी पर सेकंड एनर्जी पर यूनिट टाइम पावर बन गई। पावर दा यूनिट वाट आ जाएगा। ठीक है जी, एरिया का पर मीटर स्क्वायर आ गया। टेंपरेचर में कुल पर केल्विन पावर 4 आ गया। क्या आ यूनिट कितों बनाना पे समय लग गया? Yes, sir. Yes, Yes, sir. sir. सो फिर सिग्मा दा यूनिट साडे कोल वाट पर मीटर स्क्वायर पर केल्विन पावर 4 आ जाएगा। ये मेरे कोल ऐसे कहना जी सिग्मा दा यूनिट बन जाऊगा। सिग्मा दी वैल्यू इनु याद रखना सौखा वा, सारे ही नंबर सीक्वेंस विच 5 6 7 ते 8। ठीक है, नंबर जल्दी याद हो जाता। क्या इतना क्लियर है बच्चे? Yes, sir. Yes, sir. Yes, sir. ਆ ਮੇਰੇ ਕੋਲ ਐਸ ਐਚ ਅਸੀਂ ਜੇ ਇਹਨੂੰ E ਨੂੰ ਡਿਫਾਈਨ ਕਰੀਏ ਤਾਂ ਅਸੀਂ ਕਹਿੰਦੇ ਜੀ E ਮੇਰੇ ਕੋਲ ਕੀ ਆ ਗਿਆ। ਫਿਰ ਇੱਕ ਵਾਰੀ ਦੁਬਾਰਾ ਦੱਸ ਰਿਹਾ ਅਮਾਉਂਟ ਆਫ ਥਰਮਲ એનર્ਜੀ radiated per second per unit area by black body। ठीक है, हुण अगे गल कंटिन्यू करांगा। वो कहंदा पुੱਤ जे आ मेरे कोल एक ब्लैक बॉडी गिवन आ और इन्हें एज सच रेडिएशन अमिट कीतियां, जे मैं इस बॉडी ਨੂੰ ਇੱਕ ਐਨਕਲੋਜ਼ਰ ਦੇ ਵਿੱਚ ਰੱਖ ਦਵਾਂ, ਮਤਲਬ ਜੇ ਮੈਂ ਇਸ ਬॉडी ਨੂੰ ਇੱਕ ਐਨਕਲੋਜ਼ਰ ਦੇ ਅੰਦਰ ਐਨਕਲੋਜ਼ ਕਰ ਦਵਾਂ ਜਿਹਨੂੰ ਮੈਂ ਬਲੈਕ ਬॉडी ਐਨਕਲੋਜ਼ਰ ਕਹਿ ਦਵਾਂ। ਠੀਕ ਹੈ, ਮਤਲਬ ਪੰਜਾਬੀ ਚ ਕਹਾਂ ਤੇ ਮੈਨੂੰ ਐਸ ਕਿਸੇ ਇਸ ਬॉडी ਨੂੰ ਕਿਸੇ ਡੱਬੇ ਚ ਰੱਖ ਲਿਆ ਔਰ ਡੱਬਾ ਮੇਰਾ ਜਿਹੜਾ ਵਾ ਉਹ ਵੀ ਇੱਕ ਐਨਕਲੋਜ਼ਰ ਇਹਦਾ ਜਿਹੜਾ ਬਣਿਆ ਉਹ ਬਲੈਕ ਬॉडी ਐਨਕਲੋਜ਼ਰ ਆ। ਜਦੋਂ ਹੁਣ ਇਹਨੇ ਰੇਡੀਏਸ਼ਨ ਅਮਿਟ ਕੀਤੀਆਂ ਇਹਦੀਆਂ ਛੱਡੀਆਂ ਹੋਈਆਂ ਰੇਡੀਏਸ਼ਨ ਜਿਹੜੀਆਂ ਨੇ ਉਹ ਇਹਨੇ ਐਬਜ਼ੌਰਬ ਕਰਨੀਆਂ। Yes, sir. Yes, sir. Yes, sir. ਤੇ ਜੇ ਇਹਦੀਆਂ ਛੱਡੀਆਂ ਹੋਈਆਂ ਰੇਡੀਏਸ਼ਨ ਇਸ ਐਨਕਲੋਜ਼ਰ ਨੇ ਐਬਜ਼ੌਰਬ ਕੀਤੀਆਂ ਤੇ ਇਹ ਐਨਕਲੋਜ਼ਰ ਦਾ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਊ। Yes, sir. Yes, sir. ਇਸ ਐਨਕਲੋਜ਼ਰ ਦਾ ਟੈਂਪਰੇਚਰ ਵਧਣਾ ਵਾ ਤੇ ਅਸੀਂ ਕੰਡੀਸ਼ਨ ਇਹ ਲਗਾਣੇ ਕਿ ਵੀ ਐਨਕਲੋਜ਼ਰ ਹੀਟ ਹੋ ਕੇ ਇਹ ਰੇਡੀਏਸ਼ਨ ਅਮਿਟ ਕਰੂ। ਹੁਣ ਜਦੋਂ ਇਸ ਐਨਕਲੋਜ਼ਰ ਨੇ ਰੇਡੀਏਸ਼ਨ ਐਬਜ਼ੌਰਬ ਕਰਕੇ ਹੀਟ ਹੋ ਜਾਣਾ, ਹੀਟ ਹੋ ਕੇ ਇਹਨੇ ਰੇਡੀਏਸ਼ਨ ਜਿਹੜੀਆਂ ਅਮਿਟ ਕੀਤੀਆਂ ਇਹਦੀਆਂ ਛੱਡੀਆਂ ਹੋਈਆਂ ਰੇਡੀਏਸ਼ਨ, ਠੀਕ ਹੈ ਜੀ, ਫਿਰ ਵਾਪਸ ਮੇਰੇ ਕੋਲ ਇਸੇ ਬਲੈਕ ਬॉडी ਨੇ ਐਬਜ਼ੌਰਬ ਕਰਨੀਆਂ। Yes, sir. Yes, sir. तो इन्हें रेडिएशन कुछ वापस एब्जॉर्ब कर लिया। ਇਹਦਾ ਮਤਲਬ ਜਿੰਨੀ એનર્ਜੀ ਇਹਨੇ ਪਰ ਸੈਕਿੰਡ ਪਰ ਯੂਨਿਟ ਏਰੀਆ ਇਸ ਗਿਵਨ ਬॉडी ਨੇ ਅਮਿਟ ਕੀਤੀ ਸੀ ਉਹਦੇ ਵਿੱਚੋਂ ਕੁਝ ਅਮਾਉਂਟ ਆਫ એનર્ਜੀ ਪਰ ਸੈਕਿੰਡ ਪਰ ਯੂਨਿਟ ਏਰੀਆ ਇਹਨੇ ਵਾਪਸ ਆਪਣੇ ਕੋਲ ਰੀਗੇਨ ਕਰ ਲਈ ਤੇ ਇਹਦਾ ਨੈਟ ਲਾਸ ਆਫ ਥਰਮਲ એનર્ਜੀ ਮੈਂ ਕੱਢਣੀ ਹੋਵੇ ਉਹਨੂੰ ਮੈਂ ਕਿਹੜੇ ਵੇ ਨਾਲ ਲਿਖਣਾ ਉਹਦੇ ਲਈ ਸਟੈਪ ਸਮਝੋ। ਆਪਾਂ ਐਸਾ ਜੇ ਨੈਕਸਟ ਲਾਈਨ ਚ ਲਿਖੀਏ ਕਿ ਜਿਹੜੀ ਮੇਰੀ ਗਿਵਨ ਬॉडी ਉਹ T ਡਿਗਰੀ ਤੇ ਆ, ਜਿਹੜਾ ਮੇਰਾ ਐਨਕਲੋਜ਼ਰ ਆ ਉਹਦਾ ਟੈਂਪਰੇਚਰ ਇਹਦੇ ਤੋਂ ਘੱਟ ਹੋਏਗਾ, ਹੈਨਾ, ਉਹ ਇੱਕ ਤਰ੍ਹਾਂ ਸਰਾਊਂਡਿੰਗ ਬਣ ਗਈ। ਤੇ ਜੇ ਮੈਂ ਆ ਲਿਖਾਂ ਕਿ ਵੀ ਕਹਿੰਦਾ ਜੀ ਮੇਰੇ ਕੋਲ ਐਸ ਸੱਚ if T naught is the temperature of enclosure, temperature of black body enclosure, ठीक है, तो then अपने को कंडीशन आएगी then amount of energy lost by कहना जी black body enclosure equal to amount of energy
ठीक है जी, इक्वल टू अमाउंट ऑफ एनर्जी गेन्ड, amount of energy gained back by black body is equal to, ठीक है, इनू मैं जे लिख दवा ते इहदी वैल्यू सिग्मा इनटू टी नॉट पावर 4 आ जाओ। हुण आ लाइन ध्यान नाल थोड़े समझण वाली, मैं फिर दोबारा पुत एक बार रिपीट कर रहा। ਜਿਹੜੀ पहली लाइन च ਅਸੀਂ लिखिया ਉਹ ਚ ਅਸੀਂ डिफाइन किया कि भी इस बॉडी ने ਜਦੋਂ हीट होके रेडिएशन अमिट कीतियां ਤੇ ਕਿੰਨੀ એનર્ਜੀ ਪਰ ਸੈਕਿੰਡ ਪਰ ਯੂਨਿਟ ਏਰੀਆ ਨੇ ਅਮਿਟ ਕੀਤੀ, ਉਹ ਮੇਰੇ ਕੋਲ E ਇਕੁਅਲ ਸਿਗਮਾ T ਪਾਵਰ 4 ਆ ਗਈ। ਹੁਣ ਇਹ ਰੇਡੀਏਸ਼ਨ ਜਦੋਂ ਇਸ ਬੋਡੀ ਤੋਂ ਟਰੈਵਲ ਕਰਕੇ ਇਸ ਐਨਕਲੋਜ਼ਰ ਵੱਲ ਗਈਆਂ, ਐਨਕਲੋਜ਼ਰ ਨੇ ਇਹ ਰੇਡੀਏਸ਼ਨ ਐਬਜ਼ੌਰਬ ਕਰਕੇ ਮੁੜ ਕੇ ਹੀਟ ਹੋ ਜਾਣਾ, ਹੀਟ ਹੋ ਕੇ ਇਹਨੇ ਰੇਡੀਏਸ਼ਨ ਛੱਡ ਦਿੱਤੀਆਂ। ਜਿਹੜੀਆਂ ਰੇਡੀਏਸ਼ਨ ਇਸ ਐਨਕਲੋਜ਼ਰ ਨੇ ਛੱਡੀਆਂ ਉਹ ਰੇਡੀਏਸ਼ਨ ਐਸ ਸੱਚ ਅਸੀਂ ਕੀ ਲਿਖ ਦਿੱਤਾ, ਅਮਾਉਂਟ ਆਫ એનર્ਜੀ ਲੌਸਟ ਬਾਈ ਐਨਕਲੋਜ਼ਰ। ਜਿਹੜੀ એનર્ਜੀ ਐਨਕਲੋਜ਼ਰ ਨੇ ਲੌਸ ਕੀਤੀ ਆ ਜਿਹਦਾ ਟੈਂਪਰੇਚਰ T0 ਆ, ਠੀਕ ਹੈ, ਉਹ ਇਹਦੀ ਛੱਡੀ ਹੋਈ, ਇਹਦੀ ਲੌਸ ਕੀਤੀ ਹੋਈ એનર્ਜੀ ਐਨਕਲੋਜ਼ਰ ਦੀ ਉਹ ਵਾਪਸ ਇਸੇ ਬਲੈਕ ਬਾਡੀ ਕੋ ਆ ਗਈ। ਇਹਦਾ ਮਤਲਬ ਇਸ ਬਲੈਕ ਬਾਡੀ ਨੇ ਕੁਝ ਅਮਾਉਂਟ ਆਫ એનર્ਜੀ ਵਾਪਸ ਗੇਨ ਕਰ ਲਈ। Yes, sir. Yes, sir. Yes, sir. ਅਸੀਂ ਇਹ ਮੰਨਦੇ ਪਏ ਇਹ ਓਨੀ ਹੀ ਵਾਪਸ ਗੇਨ ਕਰਦਾ ਪਿਆ ਜਿੰਨੀ ਇਹਨੇ ਛੱਡੀ ਆ, ਹਨਾ। ਤੇ ਇਹਦਾ ਮਤਲਬ ਇਹ ਹੋ ਗਿਆ ਸ਼ੁਰੂ ਦੇ ਵਿੱਚ ਜਿੰਨੀ ਅਮਾਉਂਟ ਆਫ એનર્ਜੀ ਇਹਨੇ ਐਸ ਚ ਅਮਿਟ ਕੀਤੀ ਸੀ, ਰੇਡੀਏਟ ਕੀਤੀ ਸੀ, ਉਹਦੇ ਵਿੱਚੋਂ ਇੰਨੀ એનર્ਜੀ ਇਹਨੇ ਵਾਪਸ ਰਿਕਵਰ ਕੀਤੀ ਆ। ਇਹਨੂੰ ਆਪਾਂ ਜੇ ਐਸ ਚ ਇਹਨੂੰ E1 ਤੇ ਇਹਨੂੰ E2 ਡਿਫਾਈਨ ਕਰ ਲਵਾਂ ਤੇ ਇਹਦਾ ਮਤਲਬ E1 ਇਹਨੇ ਛੱਡੀ ਸੀਗੀ, ਮੁੜ ਕੇ ਵਾਪਸ ਇੰਨੀ ਇਹਨੂੰ ਮਿਲ ਗਈ ਤੇ net loss of energy of the black body ਜੇ ਮੈਂ ਲਿਖਣਾ ਹੋਵੇ, therefore net loss of thermal energy, net loss of thermal energy per second per unit area of a black body is given by, ठीक है, नेट लॉस ऑफ थर्मल एनर्जी पर सेकंड पर यूनिट एरिया ऑफ ब्लैक बॉडी इज गिवन बाय E इक्वल टू E1 माइनस E2 आ जाओ। क्या इना क्लियर? Yes, sir. ਹੁਣ ਇਹਦੇ ਵਿੱਚ ਵੈਲਿਊ ਪੁੱਟ ਅਪ ਕਰ ਲਓ, ਸਿਗਮਾ T ਪਾਵਰ 4 ਮਾਈਨਸ ਸਿਗਮਾ ਇਨਟੂ T0 ਪਾਵਰ 4, ਠੀਕ ਹੈ। ਸਿਗਮਾ ਇਹਦੇ ਵਿੱਚੋਂ ਕਾਮਨ ਕਰ ਲਓ, T ਪਾਵਰ 4 ਮਾਈਨਸ T0 ਪਾਵਰ 4 ਆ ਜਾਏਗਾ। क्या आ रिलेशन क्लियर? Yes, sir. Yes, sir. ਬਿਲਕੁਲ ਐਸਾ ਚ ਫਿਰ ਮੇਰਾ ਪੂਰਾ ਸਟੀਫਨ ਬੋਲਟਜ਼ਮੈਨ ਲਾਅ ਬਣ ਜਾਂਦਾ ਜਿਹਦੇ ਅਕੋਰਡਿੰਗਲੀ ਕਿਸੇ ਬਾਡੀ ਦੇ ਵਿੱਚੋਂ, ਕਿਸੇ ਬਲੈਕ ਬਾਡੀ ਦੇ ਵਿੱਚੋਂ ਨੈਟ ਲਾਸ ਆਫ ਥਰਮਲ એનર્ਜੀ ਪਰ ਸੈਕਿੰਡ ਪਰ ਯੂਨਿਟ ਏਰੀਆ ਕਿੰਨਾ ਵਾ, ਠੀਕ ਹੈ। ਆ ਉਹਦੀ ਇੱਕ ਵੈਲਿਊ ਆ ਗਈ, ਗੱਲ ਸਮਝੀ ਚੱਲਿਓ ਧਿਆਨ ਨਾਲ। ਹੁਣ ਪੁੱਤ ਜੇ ਮੈਂ ਇਹ ਲੈ ਕੇ ਚੱਲਾਂ, ਇਹ ਮੈਂ ਸਾਰੀ ਗੱਲ ਹੁਣ ਤੱਕ ਜਿਹਦੀ ਕੀਤੀ ਹੈ ਪਰਫੈਕਟ ਬਲੈਕ ਬਾਡੀ ਆ, ਮੈਂ ਮੰਨ ਲਵਾਂ ਮੇਰੇ ਹੱਥ 'ਚ ਇਸ ਵੇਲੇ ਪਰਫੈਕਟ ਬਲੈਕ ਬਾਡੀ ਆ, ਠੀਕ ਹੈ ਜੀ, ਫਿਰ ਤਾਂ ਇਹਦੀ ਨੈਟ ਲਾਸ ਇੰਨਾ ਆਏਗਾ। पर जे मैं एस सच इनू ऑर्डिनरी बॉडी गिना कि जिहड़ी गिवन बॉडी आ वो परफेक्ट ब्लैक बॉडी नहीं हैगी। परफेक्ट ब्लैक बॉडी ते ऑर्डिनरी बॉडी दे विच फर्क किस चीज दा कि जदों इहदे ते 100% रेडिएशन जिहड़ियां इंसीडेंट कीतियां इहने 100% ही एब्जॉर्ब कीतियां। पर जे मैं एस सच लैके चलां कि ये मेरी गिवन बॉडी, ठीक है जी, परफेक्ट ब्लैक बॉडी नहीं आ, जनरल कोई बॉडी आ ते इत्ते जदों अमाउंट ऑफ रेडिएशन इंसीडेंट कीतियां ਇਹਨੇ ਉਹਦੇ ਵਿੱਚੋਂ ਕੁਝ ਐਬਜ਼ੌਰਬ ਕੀਤੀਆਂ, ਕੁਝ ਅਮਿਟ ਕੀਤੀਆਂ। ਉਸ ਮੂਮੈਂਟ ਤੇ ਇਹਦੀ ਐਸ ਸੱਚ ਜਿਹੜੀ ਐਬਜ਼ੌਰਬਿੰਗ ਐਬਿਲਿਟੀ ਆ ਉਹ 100% ਨਹੀਂ ਹੈਗੀ, ਉਹਦੇ ਨਾਲੋਂ ਘੱਟ ਵਾ। ਤੇ ਕਿਸੇ ਵੀ ਬਾਡੀ ਦੀ ਐਸ ਸੱਚ ਕਿੰਨੀ ਐਬਿਲਿਟੀ ਆ, ਕਿਸੇ ਵੀ ਬਾਡੀ ਦੀ ਰੇਡੀਏਸ਼ਨ ਨੂੰ ਅਮਿਟ ਕਰਨ ਦੀ ਜਾਂ ਐਬਜ਼ੌਰਬ ਕਰਨ ਦੀ ਕਿੰਨੀ ਐਬਿਲਿਟੀ ਆ, ਉਹਨੂੰ ਮੈਜ਼ਰ ਕਰਨਾ ਹੋਵੇ ਤੇ ਅਸੀਂ ਇੱਕ ਟਰਮ ਇੱਥੇ ਇੰਟਰੋਡਿਊਸ ਕਰਦੇ ਪਏ। ਇਹ ਵੀ ਪਿੱਛੇ ਆਲਰੇਡੀ ਟਰਮ ਆਣੀ ਆ, ठीक है, अपने हुणे है नहीं सिलेबस पर टर्म समझ लियो। उस टर्म ਨੂੰ ਅਸੀਂ ਨਾਮ ਦਿੰਨੇ ਅਮਿਸਿਵਿਟੀ, ਉਸ ਟਰਮ ਨੂੰ ਅਸੀਂ ਨਾਮ ਦਿੰਨੇ ਅਮਿਸਿਵਿਟੀ, ਠੀਕ ਹੈ। ਅਮਿਸਿਵਿਟੀ ਨੂੰ ਨੇ ਐਪਸਾਈਲਮ ਦੇ ਨਾਲ ਡਿਫਾਈਨ ਕੀਤਾ, ਇੱਕ E ਟਾਈਪ ਸਿੰਬਲ ਪਾਇਆ, ਠੀਕ ਹੈ, ਇਹਨੂੰ ਅਸੀਂ ਐਪਸਾਈਲਮ ਕਹਿੰਦੇ ਹਾਂ। ਇਸ ਸਿੰਬਲ ਨੂੰ ਅਸੀਂ ਐਪਸਾਈਲਮ ਕਹਿੰਦੇ ਪਏ। ਉਹ ਕਹਿੰਦਾ ਜੀ ਇਹ ਅਮਿਸਿਵਿਟੀ ਦਾ ਸਿੰਬਲ ਹੈ ਐਂਡ ਇਟ ਇਜ਼ ਦਾ ਰੇਸ਼ੋ ਆਫ emissive power of a given body, emissive power of a given body to that of emissive power of a perfect black body,
ਕਿਸੇ ਵੀ ਬਲੈਕ ਬਾਡੀ ਦੀ ਅਮਿਟ ਕਰਨ ਦੀ ਕਿੰਨੀ ਪਾਵਰ ਆ ਤੇ ਉਹਦੇ ਕੋਰਸਪੋਂਡਿੰਗ ਗਿਵਨ ਬਾਡੀ ਦੀ ਅਮਿਟ ਕਰਨ ਦੀ ਕਿੰਨੀ ਪਾਵਰ ਆ ਤੇ ਗਿਵਨ ਬਾਡੀ ਦੀ ਅਮਿਸਿਵ ਵੈਲਿਊ ਹਮੇਸ਼ਾ ਜਿਹੜੀ ਆ ਹਨਾ ਉਹ 1 ਤੋਂ ਛੋਟੀ ਹੋਏਗੀ ਕਿਉਂਕਿ ਆ ਅਮਿਸਿਵਿਟੀ ਜਦੋਂ ਕੱਢਾਂਗੇ ਇਹਦੀ ਵੈਲਿਊ 1 ਤੋਂ ਛੋਟੀ ਆਣੀ ਕਿਉਂ ਆਰਡੀਨਰੀ ਬਾਡੀ ਦੀ ਅਮਿਸਿਵ ਪਾਵਰ ਘੱਟ ਵਾ ਤੇ ਬਲੈਕ ਬਾਡੀ ਦੀ ਅਮਿਸਿਵ ਪਾਵਰ ਅਸੀਂ ਮੰਨਦੇ ਕਿ ਵੀ ਮੇਰੇ ਕੋਲ 100% ਆ ਇਹਦਾ ਮਤਲਬ E ਦੀ ਵੈਲਿਊ E ਨੋਟ ਨਾਲੋਂ ਛੋਟੀ ਆ ਕੀ ਗੱਲ ਸਮਝ ਲੱਗੀ Yes, sir. Yes, sir. Yes, sir. Yes, sir. ਇਹਦਾ ਮਤਲਬ ਜੇ ਆ ਰਿਲੇਸ਼ਨ ਮੈਂ ਐਸ ਸੱਚ ਆਰਡੀਨਰੀ ਬਾਡੀ ਵਾਸਤੇ ਲਿਖਣਾ ਹੋਵੇ ਸਾਰਾ ਕੁਝ ਆਹੀ ਹੋਏਗਾ ਇੱਕ ਵਰਡ ਐਡ ਕਰ ਦਾਂਗੇ ਜਿਹੜੀ ਪਰਫੈਕਟ ਬਲੈਕ ਬਾਡੀ ਆ ਉਹਦੀ ਅਮਿਸਿਵਿਟੀ 1 ਵਾ ਮਤਲਬ ਉਦੋਂ ਆ ਚੀਜ਼ ਮੇਰੇ ਕੋਲ ਐਸ ਸੱਚ E ਨੋਟ ਹੀ ਬਣ ਗਈ E ਨੋਟ ਬਾਈ E ਨੋਟ 1 ਵਾ ਠੀਕ ਹੈ ਇਹਦਾ ਮਤਲਬ ਅਮਿਸਿਵਿਟੀ ਦੀ ਵੈਲਿਊ 1 ਹੋਏਗੀ ਜੇ ਪਰਫੈਕਟ ਬਲੈਕ ਬਾਡੀ ਆ ਤੇ ਜੇ ਆਰਡੀਨਰੀ ਕੋਈ ਬਾਡੀ ਆ ਤੇ ਉਹਦੀ ਅਮਿਸਿਵਿਟੀ 1 ਤੋਂ ਛੋਟੀ ਆ ਉਹਨੂੰ ਅਸੀਂ ਐਪਸਾਈਲਮ ਦੇ ਨਾਲ ਰਿਪਰੈਜ਼ੈਂਟ ਕਰਾਂਗੇ ਮਤਲਬ ਠੀਕ ਹੈ ਜੀ ਨੈਟ ਲਾਸ ਆਫ ਥਰਮਲ એનર્ਜੀ net loss of thermal energy per second per unit area ठीक है of a given body ਆਪਾਂ ਉनको ਤੇ ਇਹਦੇ ਅੰਦਰ ਕਿਤੇ ਨਹੀਂ ਕਿਹਾ ਕਿ ਵੀ ਆਪਣੀ black body of a given body is given by ਉਹਨੂੰ E ਨੂੰ ਲਿਖਾਂ ਆਹੀ ਫਾਰਮੂਲਾ E1 E2 ਸਿਰਫ ਇੱਥੇ ਇੱਕ ਫਰਕ ਪਾਣ ਲੱਗਿਆ ਇੱਕ ਨਾਲ ऐसा टर्म लगा दो एप्सिलम एप्सिलम सिग्मा इनटू टी पावर 4 माइनस टी नॉट पावर 4 और एप्सिलम दी वैल्यू ठीक है जे ते एप्सिलम नहीं लग्या ਇਹਦਾ ਮਤਲਬ ਇੱਥੇ एप्सिलम ਦੀ ਵੈਲਿਊ 1 ਭਰੀ ਹੋਈ ਆ ਠੀਕ ਹੈ ਇੱਥੇ एप्सिलम ਦੀ ਵੈਲਿਊ 1 ਵਾ ਇਹ ਜਿਹੜੀ ਕਿ ਪਰਫੈਕਟ ਬਲੈਕ ਬਾਡੀ ਵਾਸਤੇ ਅਦਰਵਾਈਜ਼ ਆਰਡੀਨਰੀ ਕੋਈ ਬਾਡੀ ਗਿਵਨ ਆ ਉਹ ਚ एप्सिलम ਦੀ ਵੈਲਿਊ 0 ਤੋਂ 1 ਚ ਕੁਝ ਵੀ ਹੋਏਗੀ ਜਿਹੜੀ ਨੂਮੈਰੀਕਲ ਚ ਮੈਨੂੰ ਦੱਸੀ ਹੋਏਗੀ कि इस गिवन बॉडी दी एमिसिविटी 0.7 है 0.2 है 0.1 है ठीक है वो जिन्नी गिवन है वो पुट अप करांगे जे नहीं इत्थे लग्या दिखदा पे एप्सिलम ते एदा मतलब इत्थे एप्सिलम दी वैल्यू 1 भरी गई है क्या आ रिलेशन क्लियर Yes, sir. Yes, Yes, sir. एक छोटा टॉपिक Yes. नोट करो जेड़ा तुसी करोगे 2 लाइनां दा टॉपिक आ पढ़िया होवे पेपर ਲਈ बहुत इंपॉर्टेंट होएगा डिडक्शन ऑफ न्यूटन लॉ ऑफ कूलिंग इसे टॉपिक दी कंटिन्यूटी च मिलेगा टॉपिक डिडक्शन ऑफ न्यूटन लॉ ऑफ कूलिंग डिडक्शन ऑफ न्यूटन लॉ ऑफ कूलिंग फ्रॉम स्टीफन्स लॉ डिडक्शन ऑफ न्यूटन लॉ ऑफ कूलिंग फ्रॉम स्टीफन्स लॉ हो गया नोट जी Yes, sir. Yes, sir. Yes, sir. चल लास्ट अपना टॉपिक इस तो बाद इस चैप्टर दे अंदर जेड़ा हैगा वो हैगा वेन्स डिस्प्लेसमेंट लॉ ठीक है ਇਹਦੀ ਕੋਡ क्लिक करना चलो समझियो सिर्फ 2-4 लाइना दा टॉपिक है बेटा लास्ट जेड़ा करन लगे ਆਪਾਂ एक क्वेश्चन पूछने पेपर च किस वाले क्वेश्चन आएगा हाउ वी कैन डिटरमिन द सरफेस टेंपरेचर ऑफ द सन कहना जी जे मैं सन दी सरफेस दा टेंपरेचर मेजर करना होवे ठीक है ਅਸੀਂ ਉਹਨੂੰ ਕਿਹੜੇ ਵੇ ਨਾਲ ਮੇਜਰ ਕਰ ਸਕਦੇ ਤੇ ਅਸੀਂ ਉਸ ਮੂਮੈਂਟ ਦਾ ਇੱਕ ਲਾਈਨ ਯੂਜ਼ ਕਰਦੇ by using the Wien's displacement law we can determine the surface temperature of sun वो कहना जी वेन्स डिस्प्लेसमेंट लॉ है ना जे मैं इस वर्ड का मतलब कहना वेन्स डिस्प्लेसमेंट लॉ बेसिकली पुੱਤ लॉ ਦੱਸਦਾ ਕੀ ਚੀਜ਼ ਦਾ ਕਹਿੰਦਾ ਜੀ वेन्स डिस्प्लेसमेंट लॉ ਦੇ ਅਕੋਰਡਿੰਗਲੀ ਜੇ ਆਪਾਂ ਗੱਲ ਕਰੀਏ ਤੇ डिस्प्लेसमेंट है ना ਜੇ ਇਸ ਵਰਡ ਨੂੰ ਲਵਾਂ ਤੇ ਇਹਦਾ ਮਤਲਬ ਹੋਏਗਾ ਕੋਈ ਚੀਜ਼ डिस्प्लेस ਹੁੰਦੀ ਪਈ ਹੈ ਸ਼ਿਫਟ ਹੁੰਦੀ ਪਈ ਹੈ ਉਹਨੇ ਐਸਾ ਚ ਡਿਫਾਈਨ ਕੀਤਾ ਕਿ ਜਦੋਂ ਕਿਸੇ ਬਾਡੀ ਨੂੰ ਮੈਂ ਹੀਟ ਕਰਨਾ ਸ਼ੁਰੂ ਕਰਾਂਗਾ
ਅਸੀਂ ਕਹਿੰਦੇ ਜੀ ਉਹਨੇ ਜਿਹੜੀਆਂ ਥਰਮਲ ਰੇਡੀਏਸ਼ਨ ਅਮਿਟ ਕਰਨੀਆਂ ਨਾ, ਜੇ ਤੁਸੀਂ ਉਹਨਾਂ ਰੇਡੀਏਸ਼ਨ ਦੀ ਵੇਵਲੈਂਥ ਮੇਜਰ ਕਰੋ ਤੇ ਵੀ ਆਲਵੇਜ਼ ਆਬਜ਼ਰਵ ਵਨ ਥਿੰਗ, as the temperature of the given body will going on increasing, mean amount of thermal energy emitted per second per unit area by a given body। ठीक है, ਜਿੱਦਾਂ ਜਿੱਦਾਂ ਮੈਂ ਕਿਸੇ ਬੋਡੀ ਨੂੰ ਹੀਟ ਕਰਦਾ ਜਾਵਾਂਗਾ, ਹੀਟ ਕਰਨ ਦੇ ਨਾਲ ਕੀ ਹੁੰਦਾ ਜਾਏਗਾ, ਇਹਨੇ ਟੈਂਪਰੇਚਰ ਜਿੱਦਾਂ ਜਿੱਦਾਂ ਆਪਣੇ ਆਪ ਚ ਇਹਦਾ ਇਨਕਰੀਜ਼ ਕਰਨਾ, ਇਹਦੇ ਵਿੱਚੋਂ ਜਿਹੜੀਆਂ ਥਰਮਲ એનર્ਜੀ ਪਰ ਸੈਕਿੰਡ ਪਰ ਯੂਨਿਟ ਏਰੀਆ ਅਮਿਟ ਹੋਣੀਆਂ ਹਨਾ, ਉਹਨਾਂ ਥਰਮਲ ਰੇਡੀਏਸ਼ਨ ਦੀ ਵੇਵਲੈਂਥ ਜਿਹੜੀ ਹੋਏਗੀ, ਕਹਿੰਦਾ ਜੀ ਉਹ ਵੀ ਸ਼ਿਫਟ ਹੁੰਦੀ ਜਾਏਗੀ, ਉਹ ਵੀ ਚੇਂਜ ਹੋਏਗੀ। ਮੈਂ ਇੱਕ ਸਿੰਪਲ ਐਗਜ਼ਾਮਪਲ ਪਹਿਲੋਂ ਦੇਣ ਲੱਗਿਆ, ਆਪਣੇ ਕੋਲ ਮੰਨ ਲਓ ਐਸਾ ਚ ਕਹਿੰਦਾ ਜੀ ਕੈਂਡਲ ਦੀ ਫਲੇਮ ਦੇ ਡਿਫਰੈਂਟ ਕਲਰ ਨੇ, ਉਹਨਾਂ ਚ ਇੱਕ ਫਲੇਮ ਦਾ ਰੈੱਡ ਕਲਰ ਆ, ਇੱਕ ਦਾ ਯੈਲੋ ਫਲੇਮ ਆ ਔਰ ਇੱਕ ਬਲੂ ਫਲੇਮ ਆ। ਆਊਟ ਆਫ ਦਾ 3, ਠੀਕ ਹੈ ਜੀ, ਵਿਚ ਵਨ ਵਿਲ ਹੈਵ ਦਾ ਹਾਇਰ ਟੈਂਪਰੇਚਰ? ਤਿੰਨਾਂ ਵਿੱਚੋਂ ਕਿਹਦਾ ਟੈਂਪਰੇਚਰ ਹਾਈ ਹੋਏਗਾ? ਸਰ ਦੁਬਾਰਾ ਰਿਪੀਟ ਕਰਿਓ ਇੱਕ ਵਾਰੀ। ਮੈਨੂੰ ਤਿੰਨ ਕਲਰ ਦਿਖਦੀ ਪਈ ਆ, ਰੈੱਡ ਕਲਰ ਦੀ ਫਲੇਮ ਦਿਖਦੀ ਪਈ ਆ, ਯੈਲੋ ਦਿਖਦੀ ਪਈ ਤੇ ਬਲੂ ਫਲੇਮ ਦਿਖਦੀ ਪਈ, ਠੀਕ ਹੈ ਜੀ। ਗੈਸ ਦਾ ਬਰਨਰ ਬਾਰਿਆ, ਉਹ ਚ ਯੈਲੋ ਫਲੇਮ ਆ ਤੇ ਬਲੂ ਫਲੇਮ ਆ, ਠੀਕ ਹੈ ਜੀ, ਜਾਂ ਰੈੱਡ ਫਲੇਮ ਆ। ਉਹਨਾਂ ਵਿੱਚੋਂ ਜ਼ਿਆਦਾ ਕਹਿੰਦਾ ਜੀ ਐਸਐਸ ਟੈਂਪਰੇਚਰ ਕਿਹੜੀ ਫਲੇਮ ਦਾ ਹੋਏਗਾ? ਸਰ ਬਲੂ ਫਲੇਮ। ਰੈੱਡ, ਬਲੂ, ਹੋਰ ब्लू ਬੋਲੋ। ਬਲੂ ਦਾ ਹੋਗਾ ਸਰ। ਸਰ ਬਲੂ। ਬਲੂ ब्लू सर। ਕਿਉਂ ਹੋਏਗਾ? सर ਚਲੋ ब्लू दी वेवलेंथ घट है इसलिए। ਹਾਂ ਬਿਲਕੁਲ। ਹੁਣ ਜੇ ਇਸ ਚੀਜ਼ ਨੂੰ ਅਸੀਂ ਲੈ ਕੇ ਚੱਲੀਏ ਨਾ, ਤੇ ਆਪਾਂ ਪੁੱਤ ਇਸੇ ਚੀਜ਼ ਨੂੰ ਇੱਥੇ ਡਿਫਾਈਨ ਕਰਦੇ ਪਏ। ਉਹਨੇ ਕਿਹਾ ਕਿ ਜੇ ਮੈਂ ਇੱਕ ਗ੍ਰਾਫ ਪਲਾਟ ਕਰਾਂ ਨਾ, ਇੱਕ ਗ੍ਰਾਫ ਪਲਾਟ ਕਰਾਂ between wavelength and amount of energy corresponding to that particular wavelength, ਤੇ ਉਹ ਕਹਿੰਦਾ ਜੀ ਜਿਹੜਾ ਗ੍ਰਾਫ ਹੈ ਨਾ, ਉਹ ਮੇਰੇ ਕੋਲ ਐਸਾ ਕੁਝ ਇਸ ਵੇ ਨਾ ਆ ਰਿਹਾ ਔਰ ਗ੍ਰਾਫ ਮੇਰੇ ਕੋਲ ਕੁਝ ਇਸ ਵੇ ਨਾ ਆ ਰਿਹਾ। ਮਤਲਬ ਇਹ ਜੇ ਮੈਂ ਐਸਾ ਕਹਾਂ, ਆ ਮੰਨ ਲਓ ਗ੍ਰਾਫ ਮੈਂ 1100 ਕੈਲਵਿਨ ਤੇ ਪਲਾਟ ਕੀਤਾ ਹੋਵੇ, ਆ ਗ੍ਰਾਫ ਮੈਂ 1700 ਕੈਲਵਿਨ ਤੇ ਪਲਾਟ ਕੀਤਾ ਹੋ, ਤੇ ਦੋਨਾਂ ਗ੍ਰਾਫ ਦੇ ਅੰਦਰ ਅਸੀਂ ਇੱਕ ਵਰਡ ਮੇਨ ਐਕਸਪਲੇਨ ਕਰਨਾ ਕਿ ਜਿਹੜਾ ਮੈਕਸਿਮਮ ਆਂਦਾ ਪਿਆ ਗ੍ਰਾਫ ਦੇ ਅੰਦਰ, ਜਿਹੜੀ ਮੈਕਸਿਮਮ ਅਮਾਉਂਟ ਆਫ એનર્ਜੀ ਆਂਦੀ ਪਈ ਮੇਰੇ ਕੋਲ, ਜੇ ਇਹ ਮੈਂ 1100 ਕੈਲਵਿਨ ਤੇ ਪਲਾਟ ਕਰਦਾ ਪਿਆ, ਤੇ ਇਹਦਾ ਮੈਕਸਿਮਮ ਜਿਹੜਾ ਆਏਗਾ, ਇੱਕ ਤੇ ਅਮਾਉਂਟ ਆਫ એનર્ਜੀ ਥੋੜੀ ਹੋ, ਤੇ ਦੂਜੀ ਇਹਦੇ ਵਿੱਚ ਜਿਹੜਾ ਮੈਕਸਿਮਮ ਆਏਗਾ ਉਹ ਮੇਰੇ ਕੋਲ ਐਸਾ ਜੇ ਆ ਲੈਮਡਾ ਵੇਵਲੈਂਥ ਤੇ ਆ ਰਿਹਾ, ਠੀਕ ਹੈ। ਤੇ ਜੇ ਦੂਜੀ ਵਾਰੀ ਮੈਂ ਐਸਾ ਉਹੀ ਸੇਮ ਮਟੀਰੀਅਲ ਦਾ ਟੈਂਪਰੇਚਰ ਜਿਹੜਾ ਵਾ ਉਹ 1700 ਕੈਲਵਿਨ ਕਰ ਲਵਾਂ, ਤੇ ਮੈਂ ਆਬਜ਼ਰਵ ਕਰ ਰਿਹਾ ਕਿ ਜਿਹੜੀ ਹੁਣ ਅਮਾਉਂਟ ਆਫ એનર્ਜੀ ਅਮਿਟ ਹੋਏਗੀ, ਜੇ ਟੈਂਪਰੇਚਰ ਵਧਿਆ ਤਾਂ ਸਾਨੂੰ ਇੱਕ ਪ੍ਰੋਪਰਟੀ ਪਤਾ, ਟੈਂਪਰੇਚਰ ਦੇ ਵਧਣ ਨਾਲ ਉਹਦੇ ਵਿੱਚੋਂ ਨਿਕਲਣ ਵਾਲੀਆਂ ਰੇਡੀਏਸ਼ਨ ਦੀ એનર્ਜੀ ਵੀ ਵਧੂ। ਤੇ ਕਹਿੰਦਾ ਜੀ ਜੇ ਉਹਦੀ એનર્ਜੀ ਵਧੀ ਆ, ਤੇ ਉਹਦੀ ਮੈਕਸਿਮਮ એનર્ਜੀ ਦਾ ਜਿਹੜਾ ਪੁਆਇੰਟ ਹੋਏਗਾ ਨਾ, ਉਹ ਅੱਗੇ ਨਾਲੋਂ ਜੇ ਮੈਂ ਦੇਖਾਂ, ਜੇ ਉਹਨੂੰ ਮੈਂ ਅੱਗੇ ਨਾਲੋਂ ਦੇਖਾਂ, ਤੇ ਜਿਹੜੀ ਹੁਣ ਉਹਦੀ ਵੇਵਲੈਂਥ ਆਂਦੀ ਪਈ ਆ, ਉਹ ਵੇਵਲੈਂਥ ਅੱਗੇ ਨਾਲੋਂ ਲੋਅਰ ਵੇਵਲੈਂਥ ਵਾਲੀ ਸਾਈਡ ਸ਼ਿਫਟ ਹੋ ਰਹੀ ਹੈ। क्या आप वर्ड समझ लगे जो मैं बोलिया? सर रिपीट कर दो। जरूर। आप तो तीन वेरिएबल लेके गल करते पे कि जे मैं एसएच 1100 ਕੈਲਵਿਨ ਤੇ ਮੈਕਸਿਮਮ ਅਮਾਉਂਟ ਆਫ એનર્ਜੀ ਜਿਹੜੀ ਇਸ ਬਾਡੀ ਚੋਂ ਨਿਕਲਦੀ ਪਈ ਆ, ਉਹਨੂੰ ਮੈਂ ਮੇਜਰ ਕਰਨਾ ਹੋਵੇ, ਤੇ ਉਸ ਵੇਲੇ ਇਹ ਚੋਂ ਨਿਕਲਣ ਵਾਲੀਆਂ ਰੇਡੀਏਸ਼ਨ ਦੀ ਮੈਂ ਵੇਵਲੈਂਥ ਮੇਜਰ ਕਰਨੀ ਹੋਵੇ, ਤੇ ਮੈਂ ਆਬਜ਼ਰਵ ਕੀਤਾ ਐਟ 1100 ਕੈਲਵਿਨ ਜਿਹੜੀ ਮੈਕਸਿਮਮ ਅਮਾਉਂਟ ਆਫ એનર્ਜੀ ਆਈ, ਤੇ ਇਹਦੇ ਕੋਰਸਪੋਂਡਿੰਗ ਮੈਂ ਦੀ ਵੇਵਲੈਂਥ ਮੇਜਰ ਕਰ ਲਈ। ਜੇ ਉਸੇ ਹੀ ਮਟੀਰੀਅਲ ਨੂੰ, ਠੀਕ ਹੈ, ਮੈਂ ਐਸਐਚ 1700 ਕੈਲਵਿਨ ਤੇ ਹੀਟ ਕੀਤਾ, ਤੇ ਮੈਂ ਨੋਟ ਕੀਤਾ ਕਿ ਜਿੱਦਾਂ ਜਿੱਦਾਂ ਟੈਂਪਰੇਚਰ ਵੱਧਦਾ, ਪਹਿਲਾਂ ਤੇ ਇਹਨਾਂ ਦੋ ਚੀਜ਼ਾਂ ਨੂੰ ਕੰਪੇਅਰ ਕਰਾ ਲਓ, ਜਿੱਦਾਂ ਜਿੱਦਾਂ ਟੈਂਪਰੇਚਰ ਵੱਧ ਰਿਹਾ, ਤੇ ਮੈਨੂੰ ਇਹ ਪਤਾ ਕਿ ਉਸ ਬਾਡੀ ਦੇ ਵਿੱਚੋਂ ਅਮਿਟ ਹੋਣ ਵਾਲੀਆਂ ਰੇਡੀਏਸ਼ਨ ਜਿਹੜੀਆਂ ਨੇ, ਉਹਦੀ ਅਮਾਉਂਟ ਆਫ એનર્ਜੀ ਵੀ ਵਧੂ। यस सर। ਆਪਾਂ ਹੁਣ ਇਹ ਗੱਲ ਕਰਕੇ ਰਹੇ ਹਾਂ ਕਿ ਅਮਾਉਂਟ ਆਫ એનર્ਜੀ ਡਾਇਰੈਕਟਲੀ ਟੂ ਦਾ 4th ਪਾਵਰ ਆਫ ਟੈਂਪਰੇਚਰ, ਜੇ ਟੈਂਪਰੇਚਰ ਵੱਧਦਾ ਪਿਆ ਤੇ ਉਸ ਬਾਡੀ ਚੋਂ ਨਿਕਲਣ ਵਾਲੀਆਂ ਰੇਡੀਏਸ਼ਨ ਦੀ ਜਿਹੜੀ ਮੈਕਸਿਮਮ એનર્ਜੀ ਉਹ ਵੀ ਵੱਧ ਗਈ। ਤੇ ਦੂਜੇ ਪਾਸੇ ਜਦੋਂ ਮੈਂ ਐਸਐਚ ਜਿਹੜੀਆਂ ਹੁਣ ਨਵੀਆਂ ਰੇਡੀਏਸ਼ਨ ਨਿਕਲਦੀਆਂ ਪਈਆਂ ਹਾਈ એનર્ਜੀ ਵਾਲੀਆਂ, ਜੇ ਮੈਂ ਇਹਨਾਂ ਨਵੀਆਂ ਰੇਡੀਏਸ਼ਨ ਦੀ ਵੇਵਲੈਂਥ ਮੇਜਰ ਕਰਾਂ, ਤੇ ਮੈਂ ਆਬਜ਼ਰਵ ਕਰਾਂਗਾ ਨਵੀਆਂ ਰੇਡੀਏਸ਼ਨ ਦੀ ਵੇਵਲੈਂਥ ਜਿਹੜੀ ਆ ਉਹ ਪਹਿਲੀਆਂ ਰੇਡੀਏਸ਼ਨ ਦੀ ਵੇਵਲੈਂਥ ਨਾਲੋਂ ਘੱਟ ਆ ਰਹੀ ਆ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਮੈਕਸਿਮਾ ਦਾ ਪੁਆਇੰਟ ਆ, ਜਿਹੜਾ ਮੈਕਸਿਮਾ ਦਾ ਪੁਆਇੰਟ ਆ, ਉਹ ਲੋਅਰ ਵੇਵਲੈਂਥ ਵਾਲੀ ਸਾਈਡ ਨੂੰ ਸ਼ਿਫਟ ਕਰਦਾ ਜਾਂਦਾ ਪਿਆ। क्या आ गल समझ लगी? यस सर।
ਇਹਦਾ ਮਤਲਬ ਉਹਨੇ ਇਸ ਚੀਜ਼ ਨੂੰ ਡਿਫਾਈਨ ਕੀਤਾ ਕਿ ਜਿਹੜੀਆਂ ਰੇਡੀਏਸ਼ਨ ਕਿਸੇ ਬਾਡੀ ਚੋਂ ਅਮਿਟ ਹੁੰਦੀਆਂ ਉਹਨਾਂ ਰੇਡੀਏਸ਼ਨ ਦੀ ਜਿਹੜੀ ਵੇਵਲੈਂਥ ਹੋਏਗੀ ਉਹ ਲੋਅਰ ਵੇਵਲੈਂਥ ਵਾਲੀ ਸਾਈਡ ਸ਼ਿਫਟ ਹੁੰਦੀ ਜਾਏਗੀ ਇਫ ਦਾ ਟੈਂਪਰੇਚਰ ਵਿਲ ਗੋਇੰਗ ਔਨ ਇਨਕਰੀਜ਼। यानी टेंपरेचर ते वेवलेंथ जे मैं आपस लिंक करा, जे टेंपरेचर ते इधरों वेवलेंथ मैं आपस लिंक करा ते मिलदा ए पिया टेंपरेचर दे इनक्रीज करन दे नाल जेडी वेवलेंथ ऑफ रेडिएशन हैगी आ वो डिक्रीज करदी जांदी है। ਇਹਦਾ मतलब इस चीज तो जे मैं आ लिख दवां कि जेडियां रेडिएशन निकलदियां पईयां ओदी वेवलेंथ दैट वेरी इनवर्सली विद द टेंपरेचर। ठीक है, जिन्ना इस बॉडी का टेंपरेचर बढ़ता जाएगा ये चो निकलन वालियां रेडिएशन की वेवलेंथ जिहड़ी है ना उन्नी छोटी हुंदी जाएगी। क्या आ गल समझ लगी? यस सर। Yes, sir. जे मैं इत्थे प्रोपोर्शनैलिटी साइन हटा के इक्वालिटी लाना कांस्टेंट लगदा b वेयर b इज कॉल्ड एज ना जे b नो डिफाइन करिए ते b नो ਅਸੀਂ वेन्स कांस्टेंट कहने हैं। ठीक है, और वेन्स कांस्टेंट दी वैल्यू 2.9 into 10 raised to power -3 और यूनिट बनावा तो लैम्डा मेरे को मीटर च आ जाओ, टेंपरेचर मेरा केल्विन च आ जाएगा। ਇਹਦਾ यूनिट मीटर केल्विन आ जाऊगा, ये मिली केल्विन नहीं हैगा, लैम्डा मीटर च ते आ केल्विन मेरे को टेंपरेचर ही आ जाए आ मेरे को ਇਹਦਾ ਐਸਐਚ ਕਹਿੰਦਾ ਜੀ यूनिट आ जाएगा। ਤੇ ਜੇ ਮੈਂ ਇਸ ਰਿਲੇਸ਼ਨ ਨੂੰ ਲੈ ਕੇ ਜੇ ਇਸ ਰਿਲੇਸ਼ਨ ਨੂੰ ਲੈ ਕੇ ਮੈਂ ਸੋਲਰ ਰੇਡੀਏਸ਼ਨ ਦਾ ਟੈਂਪਰੇਚਰ ਮੇਜ਼ਰ ਕਰਨਾ ਹੋਵੇ ਅਸੀਂ ਇਹ ਲੈ ਕੇ ਚੱਲਦੇ ਕਿ ਜਿਹੜੀਆਂ ਸੋਲਰ ਰੇਡੀਏਸ਼ਨਸ ਨਿਕਲਦੀਆਂ ਠੀਕ ਹੈ ਉਹ ਵਿਬਗਿਓਰ ਦੀ ਫਾਰਮੇਸ਼ਨ ਕਰਦੀਆਂ ਤੇ ਇਹਦੇ ਵਿੱਚੋਂ ਜੇ ਮੈਂ ਉਹਦੀ ਐਵਰੇਜ ਵੇਵਲੈਂਥ ਲਿਖਾਂ ਹਨਾ ਅਸੀਂ ਸਾਰੇ ਕਲਰ ਲੈ ਕੇ ਬਟ ਉਹ ਸਾਰੂ ਕਲਰ ਦੀ ਐਸਐਚ ਵੇਵਲੈਂਥ ਨਹੀਂ ਲਵਾਂਗੇ, ਅਸੀਂ ਜਨਰਲ ਵਿਜ਼ੀਬਲ ਸਪੈਕਟਰਮ ਦੇ ਵਿੱਚੋਂ ਉਹਦੀ ਐਵਰੇਜ ਵੇਵਲੈਂਥ ਕੰਸੀਡਰ ਕਰ ਲੈਂਦੇ। ਠੀਕ ਹੈ, ਜਾਂ ਅਸੀਂ ਕੋਈ ਉਹਦੀ ਇੱਕ ਵੇਵਲੈਂਥ ਲੈ ਕੇ ਅਸੀਂ ਜਿਹੜਾ ਕਿਸੇ ਵੀ ਬਾਡੀ ਦਾ ਟੈਂਪਰੇਚਰ ਮੇਜ਼ਰ ਕਰਦੇ। ਉਹਨੇ ਇਹ ਕਿਹਾ ਕਿ ਜਿਹੜੀਆਂ ਸੋਲਰ ਰੇਡੀਏਸ਼ਨ ਆਉਂਦੀਆਂ ਜੇ ਮੈਂ ਉਹਦਾ ਐਸਐਚ ਵੇਵਲੈਂਥ ਕੰਸੀਡਰ ਕਰਾਂ ਤੇ ਇਹਦੀ ਉਹਨੇ ਵੇਵਲੈਂਥ ਦੀ ਵੈਲਿਊ ਡਿਫਾਈਨ ਕੀਤੀ ਅਪਰੋਕਸੀਮੇਟਲੀ 4700 ਐਂਗਸਟ੍ਰੋਮ ਦੇ ਆਸ-ਪਾਸ ਹੁੰਦੀ ਹੈ। ਇੰਨੀ ਹੈ ਜੀ, ਬਿਲਕੁਲ ठीक है। 4700 एंगस्ट्रॉम के आस-पास मेरे को ਜਿਹੜੀ ਆ ਉਹ ਐਸਐਚ ਸੋਲਰ ਰੇਡੀਏਸ਼ਨ ਦੀ ਅਸੀਂ ਐਵਰੇਜ ਵੇਵਲੈਂਥ ਲੈ ਲੈਨੇ। ਠੀਕ ਹੈ, ਤੇ ਇਸ ਵੇਵਲੈਂਥ ਦੇ ਬਿਹਾਫ ਦੇ ਉੱਤੇ ਜੇ ਮੈਂ ਐਸਐਚ ਟੀ ਕੱਢਣਾ ਹੋਵੇ ਤੇ ਮੇਰੇ ਕੋਲ ਇਹਦੇ ਅਕੋਰਡਿੰਗਲੀ ਟੀ ਦਾ ਫਾਰਮੂਲਾ ਆ ਜਾਏਗਾ T = B by lambda। B ਦੀ ਵੈਲਿਊ ਸਾਡੇ ਕੋਲ 2.93 into 10 raised to power -3 मीटर केल्विन ओवर लैम्डा ਦੀ ਵੈਲਿਊ 4700 into 10 raised to power -10। ਜੇ ਮੈਂ ਇਹਨੂੰ ਸੋਲਵ ਕਰ ਲਵਾਂ ਤੇ ਅਪਰੋਕਸੀਮੇਟਲੀ ਇਹਦਾ ਟੈਂਪਰੇਚਰ ਜਿਹੜਾ ਉਹ 6000 ਕੈਲਵਿਨ ਦੇ ਆਸ-ਪਾਸ ਆਂਦਾ। ਔਰ ਅਸੀਂ ਕਹਿੰਦੇ ਕਿ ਵੀ ਇਹ ਮੇਰੇ ਕੋਲ ਐਸਐਚ ਸਨ ਦੀ ਸਰਫੇਸ ਟੈਂਪਰੇਚਰ ਦੀ ਵੈਲਿਊ ਆ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਤੁਸੀਂ ਵੇਲਸ ਡਿਸਪਲੇਸਮੈਂਟ ਲਾਅ ਦੇ ਅਕੋਰਡਿੰਗਲੀ ਹਨਾ ਤੁਸੀਂ ਸਨ ਦੀ ਸਰਫੇਸ ਦਾ ਟੈਂਪਰੇਚਰ ਜਿਹੜਾ ਉਹ ਕੈਲਕੂਲੇਟ ਕਰ ਸਕਦੇ ਹੋ। ਮਤਲਬ ਪੇਪਰ ਚ ਆ ਜਾਵੇ ਤੇ ਆ ਦੋ ਲਾਈਨਾਂ ਚ ਟੌਪਿਕ ਆ ਬੇਟੇ, ਸਿਰਫ ਇੱਕੋ ਟਰਮ ਤੁਹਾਨੂੰ ਦਿਮਾਗ 'ਚ ਰੱਖਣੀ ਪਊਗੀ ਕਿ ਰੇਡੀਏਸ਼ਨ ਦੀ ਵੇਵਲੈਂਥ ਅਪਰੋਕਸੀਮੇਟਲੀ ਅਸੀਂ ਕਿੰਨੇ ਲੈ ਕੇ ਚੱਲਦੇ ਪਏ। क्या इन्नी गल क्लियर आ? Yes, sir. Yes, sir. लास्ट उस क्वेश्चन दा आंसर कि अपनी जेडी फ्लेम आ ठीक है जी और केड़ी मेरे कोल ज्यादा कहना जी हॉटर होएगी ते पुੱਤ इतो ਆਪਾਂ कंसीडर करिए ते इन्हां सारे विबग्योर दे कलर विचों रेड कलर विल हैव द मैक्सिमम वेवलेंथ। ਇਹਦਾ ਮਤਲਬ ਆ ਕਿ ਜੇ ਮੈਂ ਰੈੱਡ ਤੋਂ ਇਸ ਸਾਈਡ ਵੱਲੋਂ ਆਂਦਾ ਜਾਵਾਂਗਾ ਵੇਵਲੈਂਥ ਡਿਕਰੀਜ਼ ਕਰਦੀ ਜਾਏਗੀ ਔਰ ਵੇਵਲੈਂਥ ਜੇ ਡਿਕਰੀਜ਼ ਕਰੇਗੀ ਤੇ ਟੈਂਪਰੇਚਰ ਬਾਡੀ ਦਾ ਇਨਕਰੀਜ਼ ਕਰੇਗਾ। ਇਸ ਲਈ ਜੇ ਮੈਂ ਯੈਲੋ ਤੇ ਬਲੂ ਫਲੇਮ ਨੂੰ ਕੰਪੇਅਰ ਕਰਾਂ ਤੇ ਯੈਲੋ ਫਲੇਮ ਦੀ ਵੇਵਲੈਂਥ ਜ਼ਿਆਦਾ ਵਾ, ਇਸ ਲਈ ਯੈਲੋ ਫਲੇਮ ਦਾ ਜਿਹੜਾ ਟੈਂਪਰੇਚਰ ਘੱਟ ਹੋਊਗਾ ਤੇ ਬਲੂ ਫਲੇਮ ਦੀ ਵੇਵਲੈਂਥ ਘੱਟ ਹੋਣ ਕਰਕੇ ਇਹਦਾ ਟੈਂਪਰੇਚਰ ਮੇਰੇ ਕੋਲ ਕਹਿੰਦਾ ਜੀ ਜ਼ਿਆਦਾ ਹੋਏਗਾ। ਕੀ ਇੰਨੀ ਗੱਲ ਕਲੀਅਰ? यस सर। Yes, sir. Yes, sir. ਇਹਨੂੰ ਆਪਾਂ ਟੌਪਿਕ ਆਪਣਾ ਜਿਹੜਾ ਲਾਸਟ ਸੀਗਾ 7th ਯੂਨਿਟ ਦਾ ਵੇਲਸ ਡਿਸਪਲੇਸਮੈਂਟ ਲਾਅ, ਕੀ ਇਹ ਕਲੀਅਰ ਹੈ ਸਾਰਿਆਂ ਨੂੰ? यस सर। यस सर। Yes, sir.